ਦੇਖੀਦਾ ਸੀਗਾ ਵੀ ਬੰਬ ਜਿਵੇਂ ਕਸ਼ਮੀਰ 'ਚ ਫਟਦੇ ਦੇਖੇ ਹੋਏ ਨੇ ਆਪਾਂ ਟੀਵੀ ਤੇ ਜਾਂ ਕੁਛ। ਅੱਜ ਉਹ ਚੀਜ਼ ਬਿਲਕੁਲ ਆਪਣੇ ਅੱਖਾਂ ਨਾਲ ਦੇਖੀ ਹੈ। क्योंकि जिस हिसाब नाल कंधा उड़ियां ने वो बाथरूम का बिल्कुल मतलब कि प्लेन ही हो गया। कुछ अंदर थानू वो बाथरूम ही नहीं लगेगा। हुण जिहड़ा बाथरूम से अंदर छोटे छोटे रूम्स बने हुए सी वो सारा अगे पिछे 9-9 इंच दी दीवारां 1-1 फुट की दीवार वो सारा कुछ ही उड़ के प्लेन हो गया। जनहितैषी टीआरपी नहीं खरीदते, भरोसा जीतते हैं हम। सत श्री अकाल जी, मैं संदीप शर्मा एक बार फिर तुहाडे नाल रूबरू हो रहा इस वेले दी वड्डी अपडेट नाल। वड्डी अपडेट ये है लुधियाना दे विच जिहड़ा अज एक बॉम्ब ब्लास्ट होया है इंसाफ दे जिहड़े मंदिर दे विच जिहड़ा कह लो बॉम्ब ब्लास्ट होया और मौत लोकां ने अखां नाल देखी है। और ਇਹ ਸਾਰਾ ਮੰਜ਼ਰ ਜਿਹੜਾ ਹੈਗਾ ਲੋਕਾਂ ਦੇ ਅੱਖਾਂ 'ਚ ਜਿਹੜੇ ਉਸ ਟਾਈਮ ਉਹਦੇ ਆਸ-ਪਾਸ ਸੀ ਉਹਨਾਂ ਦੇ ਅੱਖਾਂ ਦੇ ਆਸ-ਪਾਸ ਹਜੇ ਤੱਕ ਜਿਹੜਾ ਹੈਗਾ ਉਹ ਘੁੰਮ ਰਿਹਾ ਹੈਗਾ। ਉਹਨਾਂ ਨੂੰ ਵਿਸ਼ਵਾਸ ਨਹੀਂ ਹੋ ਰਿਹਾ। ਬਹੁਤ ਸਾਰੇ ਲੋਕਾਂ ਦੇ ਇੱਕ ਦੂਜੇ ਨੂੰ ਫੋਨ ਆ ਰਿਹਾ। ਸੋ ਇਹ ਸਾਰੇ ਮਾਮਲੇ 'ਚ ਅਸੀਂ ਵੀ ਕੁਝ ਸਾਡੇ ਐਜੇ ਵਕੀਲ ਭਰਾ ਹੈਗੇ ਆ ਜਿਹੜੇ ਉਸ ਵੇਲੇ ਕਹਿ ਲਓ ਉੱਥੋਂ ਦੀ ਜਿੱਥੇ ਹਾਦਸਾ ਹੋਇਆ ਉੱਥੋਂ ਦੀ 20-25 मीटर की दूरी ते सीगे जिन्होंने इस नूं खुद सहा या खुद देखा। और इन्ने मतलब अपने आप च डर गए। हालात इदां दे सी कि किन्नी देर तक ये सानू मिले तो ये कुछ बोल नहीं पा रहे थे। सो गलबात करते हैं, जानते हैं। बाद चो इन्होंने लाइव होके भी कुछ दसिया कि किदां दा माहौल सीगा। सो एक बारी गलबात करते हैं। साडे एडवोकेट खुरमी जी है और साडे एडवोकेट भरा है। सो दिनेश जी इन्हां नाल गलबात करते हैं, जानते हैं कि किदां दा माहौल सी, किन्ने वजे दा हादसा सी और उस टाइम जिहड़ा कचहरियां दे विच किदां दा जे असीं गलबात करिए किन्नी चहल पहल सी, की मौके दा मंजर सी। नमस्कार जी। संदीप जी अज मतलब कि तुसीं ये देख लो भी मौत जिवें बिल्कुल कोलों निकल गई है। अज वो चीज़ सीगी देखीदा सीगा भी बंब जिवें कश्मीर च फटदे देखे हुए ने आपां टीवी ते या कुछ। अज वो चीज़ बिल्कुल अपने अखां नाल देखी है। दूसरी फ्लोर ते बाथरूम दे बाहर जिहड़ा बंब फटिया जस्ट 30 सैकेंड पहले उत्थों निकले आ कोर्ट दे विचों। सगों मेरे नाल एडवोकेट दिनेश सीगे। असी एक केस दे विच खड़े सी, उह कह रहे सीगे कि गवाही करानी है तो कुदरती अज स्ट्राइक होने करके काम बंद सी ते डेट लैके मैं बाहर आ गया भी चलो अज उसी कोर्ट दे विच तुसीं गवाही करानी सी। बिल्कुल उसी कोर्ट दे विच असीं गवाही करा रहे सीगे ते 14 नंबर कोर्ट चों निकले गए भी डेट ले ली असीं भी चलो 12:35 का टाइम सीगा। जिद्दां ही बाहर निकले ਉਹਦੇ ਮੋਹਰਿਓਂ ਬਾਥਰੂਮ ਦੇ ਮੋਹਰਿਓਂ ਨਿਕਲ ਕੇ ਹਾਲੇ ਟਰਨ ਹੀ ਕੀਤਾ ਵਾ, ਮੁਸ਼ਕਿਲ ਨਾਲ 20 ਗਜ ਤੇ ਟਰਨ ਕੀਤਾ ਆਪਣੇ ਕੈਬਿਨਸ ਵੱਲ ਨੂੰ। ਨਾਲ ਹੀ ਬੰਬ ਪਿੱਛੋਂ ਬਲਾਸਟ ਹੋ ਗਿਆ। ਜਦੋਂ ਬਲਾਸਟ ਹੋਇਆ ਉਦੋਂ ਇਹ ਚੀਜ਼ ਜਿਵੇਂ ਦਿਮਾਗ 'ਚ ਸੀਗੀ ਕਿ ਇਹ ਬੰਬ ਬਲਾਸਟ ਹੈਗਾ ਜਾਂ ਉਦੋਂ ਐਂ ਲੱਗ ਰਿਹਾ ਸੀ ਕਿ ਕੋਈ ਧਮਾਕਾ ਹੋਇਆ? ਕਿਉਂਕਿ ਅਸੀਂ ਵੀ ਜਦੋਂ ਗੱਲਬਾਤ ਸੁਣੀ ਸੀ ਉਦੋਂ ਐਂ ਲੱਗ ਰਿਹਾ ਸੀ, ਕਈ ਕਹਿ ਰਹੇ ਸੀ ਕੁਝ ਫਟਣ ਦੀ ਆਵਾਜ਼ ਹੋਈ ਹੈ, ਧਮਾਕਾ ਹੋਇਆ, ਇਹ ਨਹੀਂ ਪਤਾ ਕਿ ਸਿਲੰਡਰ ਫਟ ਗਿਆ ਕੀ ਫਟ ਗਿਆ। ਕੀ ਕਹੋਗੇ ਦਿਨੇਸ਼ ਜੀ? ਸਰ ਉਹ ਤੋਂ ਜਦੋਂ ਆਵਾਜ਼ ਆਈ ਨਾ ਇੱਕਦਮ ਹੀ ਸ਼ੀਸ਼ੇ ਟੁੱਟੇ। ਜਿੱਦਾਂ ਲੋਕ ਸਾਊਂਡ ਵੀ ਇੰਨਾ ਬਲਾਸਟ ਇੰਨਾ ਹਾਈ ਸੀਗਾ ਨਾ ਵੋਲੀਅਮ ਉਹਦਾ, ਕੰਨਾਂ ਨੂੰ ਵੀ ਸਾਡੇ ਨੂੰ ਇੰਨਾ ਕੁ ਹੋ ਗਿਆ ਕਿ ਵੀ ਕੀ ਹੋਇਆ ਅਚਾਨਕ ਇਹੋ ਜਿਹਾ। ਸੋ ਕਿੰਨੀ ਕੁ ਦੇਰ ਲੱਗੀ ਸੀ ਤੁਹਾਨੂੰ ਸੰਭਲਣ ਨੂੰ ਜਿੱਦਾਂ ਦਾ ਜਦੋਂ ਪਤਾ ਲੱਗਿਆ ਬਲਾਸਟ ਹੈ? ਔਰ ਤੁਸੀਂ ਕਹਿ ਰਹੇ ਹੋ ਕਿ ਕੁਝ ਕਦਮਾਂ ਦੀ ਦੂਰੀ ਤੇ ਇਹ ਬਲਾਸਟ ਹੋਇਆ ਸੀ ਜਦੋਂ? ਸਰ ਉਦੋਂ ਤਾਂ ਸੋਚਿਆ ਵੀ ਨਹੀਂ ਗਿਆ। ਫਿਰ ਜਲਦੀ ਅਸੀਂ ਬਾਹਰ ਆਏ, ਥੱਲੇ ਆ ਕੇ ਦੇਖਿਆ, ਸਾਨੂੰ ਫਿਰ ਪਤਾ ਲੱਗਿਆ ਕਿ ਵੀ ਸੈਕਿੰਡ ਫਲੋਰ ਤੇ ਉੱਧਰ ਜਿੱਥੋਂ ਅਸੀਂ ਨਿਕਲ ਕੇ ਆਏ ਆ ਜਸਟ ਥੋੜੀ ਦੇਰ ਪਹਿਲਾਂ ਹੀ ਉੱਥੇ ਉਹ ਬਲਾਸਟ ਹੋਇਆ। ਫਿਰ ਅਸੀਂ ਤਾਂ ਸ਼ੁਕਰੀਆਨਾ ਕੀਤਾ ਵੀ ਰੱਬ ਦਾ ਵੀ ਬਚਾਅ ਹੋਇਆ ਸਾਡਾ।
ਸੋ ਗੱਲਬਾਤ ਕਰੀਏ ਖੁਰਮੀ ਜੀ, ਜਿਵੇਂ ਤੁਹਾਨੂੰ ਕਹਿ ਰਹੇ ਕਈ ਇਹ ਵੀ ਕਹਿ ਰਹੇ ਸੀਗੇ ਕਿ ਬੰਬ ਬਲਾਸਟ ਨਹੀਂ ਹੈਗਾ, ਇਹ ਕੋਈ ਸਿਲੰਡਰ ਫਟਿਆ ਜਾਂ ਕਿੱਦਾਂ ਦਾ ਔਰ ਬਾਥਰੂਮ ਦੇ ਵਿੱਚ ਫਟਿਆ, ਇਦਾਂ ਦੀ ਕੀ ਸੰਭਾਵਨਾ ਕੀ ਲੱਗਦੀ ਆ? ਸੰਦੀਪ ਜੀ, ਮੈਂ ਤੁਹਾਨੂੰ ਦੱਸਾਂ ਕਿ ਜਦੋਂ ਅਸੀਂ ਉੱਥੋਂ ਨਿਕਲੇ ਆ, ਸਾਡੇ ਤਾਂ ਦਿਮਾਗ 'ਚ ਨਹੀਂ ਸੀਗਾ ਵੀ ਸਾਡੇ ਬਿਲਕੁਲ ਪਿੱਛੇ ਏਸੀ ਫਲੋਰ ਦੇ ਉੱਤੇ ਇਦਾਂ ਦਾ ਬਲਾਸਟ ਹੋਇਆ। ਜਿੱਦਾਂ ਹੀ ਅਸੀਂ ਪਹਿਲੇ ਕੈਬਿਨ ਦੇ ਬਾਹਰ ਨਿਕਲੇ ਆ, ਨਾਲ ਹੀ ਇੱਕ ਬਹੁਤ ਜ਼ੋਰਦਾਰ ਧਮਾਕਾ ਹੁੰਦਾ ਤੇ ਸਾਰੇ ਕੈਬਿਨਾਂ ਦੇ ਸ਼ੀਸ਼ੇ ਸਾਡੇ ਵੱਲ ਆ ਕੇ ਵੱਜਦੇ ਨੇ। ਉਸ ਤੋਂ ਬਾਅਦ ਕੁਛ ਕਿਉਂਕਿ ਬਲਾਸਟ ਹੋ ਗਿਆ, ਇੱਕਦਮ ਸਾਰੇ ਬਾਹਰ ਆਏ ਔਰ ਆਵਾਜ਼ ਇਦਾਂ ਦੀ, ਤੁਸੀਂ ਜੇ ਰਿਕਟਰ ਸਕੇਲ ਤੇ ਮੰਨੋ, ਜੇ ਆਪਾਂ ਲਗਾਈਏ ਅਰਥਕੁਏਕ ਤੇ 8 ਤੇ 9 ਰਿਕਟਰ ਸਕੇਲ ਦੇ ਉੱਤੇ ਇਹਦੀ ਆਵਾਜ਼ ਹੋਏਗੀ ਤੇ ਜੋ ਇਹਦਾ ਬਿਲਡਿੰਗ ਜਿਸ ਹਿਸਾਬ ਨਾਲ ਹਿੱਲੀ ਸਾਡੀ, ਘੱਟੋ ਘੱਟ 8-9 ਰਿਕਟਰ ਸਕੇਲ ਦੇ ਉੱਤੇ ਇਹਦੀ ਜਾਊਗੀ ਜਿਸ ਤਰੀਕੇ ਨਾਲ ਬੰਬ ਬਲਾਸਟ ਹੋਇਆ। ਸਾਨੂੰ ਵੀ ਇਹੀ ਦਿਮਾਗ 'ਚ ਸੀਗਾ ਵੀ ਇੱਥੇ ਕੋਰਟ ਦੇ ਵਿੱਚ ਤਾਂ ਵੀ ਇਸ ਤੋਂ ਸਿਕਿਉਰ ਜਗ੍ਹਾ ਕਿਹੜੀ ਹੋ ਸਕਦੀ ਹੈ, ਵੀ ਇੱਥੇ ਬਲਾਸਟ ਦਾ ਤਾਂ ਨਹੀਂ ਦਿਮਾਗ 'ਚ ਇੱਕਦਮ ਆਇਆ, ਗੈਸ ਸਿਲੰਡਰ ਦਾ ਇਹ ਆਇਆ ਸੀ। ਪਰ ਜਦੋਂ ਦੇਖਿਆ ਕਿ ਇੱਕਦਮ ਬਲਾਸਟ ਹੋਇਆ, ਅਸੀਂ ਉੱਥੇ ਸੈਕੰਡ ਫਲੋਰ ਤੇ ਖੜੇ ਆ ਤੇ ਇੰਨਾ ਕੁ ਧੂਆਂ ਹੋ ਗਿਆ ਉੱਥੇ, ਵਾਈਟ ਕਲਰ ਦਾ ਧੂਆਂ ਇੰਨਾ ਹੋ ਗਿਆ ਔਰ ਇੱਕਦਮ ਪੋਟਾਸ਼ ਦੀ ਜਿਵੇਂ ਹੁੰਦੀ ਹੈ ਸਮੈਲ ਇੰਨੀ ਤੇਜ਼ ਹੋ ਗਈ ਉੱਥੇ ਕਿ ਸਾਹ ਲੈਣਾ ਵੀ ਔਖਾ ਹੋ ਰਿਹਾ ਸੀਗਾ। ਉਸ ਤੋਂ ਬਾਅਦ ਕਿਸੇ ਨੇ ਕਿਹਾ ਵੀ ਬੰਬ ਫਟ ਗਿਆ, ਉਹ ਜਿਸ ਤਰੀਕੇ ਨਾਲ ਲੋਕੀ ਆਉਂਦੇ ਰਹੇ, ਭੱਜ ਨੱਠ ਮਚਣ ਲੱਗ ਪਈ। ਹੁਣ ਐਡਵੋਕੇਟ ਹੋਣ ਦੇ ਕਰਕੇ ਅਸੀਂ ਵੀ ਹੁਣ ਅਗਰ ਸਾਰਿਆਂ 'ਚ ਭੱਜੀਏ ਤਾਂ ਨਹੀਂ ਹੈ, ਜਿਹੜੇ ਲਿਟੀਗੈਂਟਸ ਬੱਚੇ ਛੋਟੇ ਫੜੇ ਹੋਏ ਸੀਗੇ, ਪੌੜੀਆਂ ਤੋਂ ਭੱਜਦੇ ਥੱਲੇ ਉਤਰੇ ਸੀ, ਕੁਝ ਡਿੱਗਦੇ ਜਾ ਰਹੇ ਸੀ, ਬੱਚੇ ਥੱਲੇ ਆ ਰਹੇ ਸੀ, ਉਹਨਾਂ ਨੂੰ ਹੌਲੀ ਹੌਲੀ ਕਰਕੇ ਉਤਾਰਿਆ ਪੌੜੀਆਂ ਤੋਂ, ਉੱਥੇ ਰੋਕ ਕੇ ਗਰੁੱਪ ਬਣਾ ਕੇ ਵੀ ਭਾਈ ਆਰਾਮ ਨਾਲ ਉਤਰੋ, ਕੋਈ ਗੱਲ ਨਹੀਂ, ਉਹਨਾਂ ਨੂੰ ਸੰਭਾਲ ਕੇ ਉਹਨਾਂ ਨੂੰ ਪੌੜੀਆਂ ਤੋਂ ਥੱਲੇ ਉਤਾਰ ਕੇ ਫਿਰ ਆਪ ਬਾਹਰ ਆਏ ਆ। ਬਾਹਰ ਆ ਕੇ ਜਦੋਂ ਪਾਰਕਿੰਗ 'ਚ ਖੜੇ ਆ ਜਿੱਥੇ ਮੈਂ ਲਾਈਵ ਬਣਾਈ ਹੈ, ਉਹ ਜਸਟ ਲਾਈਵ 2-3 ਮਿੰਟ ਬਾਅਦ ਮੈਂ ਸ਼ੁਰੂ ਕਰਤੀ ਸੀ ਜਦੋਂ ਬਲਾਸਟ ਹੋਇਆ ਸੀ। ਉਹ ਸਿਰਫ ਇਸ ਕਰਕੇ ਕਿ ਜਿੰਨੀਆਂ ਵੀ ਮੈਡੀਕਲ ਟੀਮਾਂ ਨੇ, ਜੇ ਕੋਈ ਬਹੁਤ ਹੈਵੀ ਕੈਜੂਅਲਟੀ ਹੋਈ ਹੈ ਅੰਦਰ, ਤੇ ਉਹ ਮੈਡੀਕਲ ਟੀਮਾਂ ਜ਼ਿਆਦਾ ਤੋਂ ਜ਼ਿਆਦਾ ਕੋਰਟ ਦੇ ਵਿੱਚ ਪਹੁੰਚ ਸਕਣ, ਕਿਉਂਕਿ ਲਾਈਵ ਇੱਕ ਮਾਧਿਅਮ ਹੈ ਵੱਧ ਤੋਂ ਵੱਧ ਬੰਦਿਆਂ ਨਾਲ ਜੋੜਨ ਦਾ, ਤੇ ਜੋ ਵੀ ਐਡਮਿਨਿਸਟ੍ਰੇਸ਼ਨ ਆ ਉਹ ਪਹੁੰਚ ਸਕੇ। ਉਹ ਲਾਈਵ ਕੀਤਾ। ਲਾਈਵ ਤੋਂ ਬਾਅਦ ਕਈ ਲੋਕਾਂ ਨੂੰ ਪਤਾ ਲੱਗਿਆ ਵੀ ਇੱਥੇ ਇੱਦਾਂ ਬਲਾਸਟ ਹੋ ਗਿਆ ਵਾ, ਤੇ ਉਹ ਸਾਰਾ ਮੈਂ ਆਪਣੇ ਲਾਈਵ 'ਚ ਫਿਰ ਦਿਖਾਇਆ। ਉਸ ਤੋਂ ਬਾਅਦ ਮੈਂ ਪੁੱਛਣਾ ਚਾਹਾਂਗਾ, ਜਿਵੇਂ ਇਹ ਟਾਈਮ ਤੁਸੀਂ ਦੱਸ ਰਹੇ ਹੋ 12-12:30 ਦਾ ਟਾਈਮ ਹੈ ਜੋ ਔਪਚਾਰਿਕ ਰੂਪ ਤੇ ਵੀ ਕਿਹਾ ਜਾ ਰਿਹਾ ਹੈ, ਉਸ ਟਾਈਮ ਤੇ ਕੋਰਟ ਦੇ ਵਿੱਚ ਕਿੰਨੀ ਕੁ ਚਹਿਲ ਪਹਿਲ ਹੁੰਦੀ, ਕਿੰਨਾ ਕੁ ਰਸ਼ ਹੁੰਦਾ? ਕਿਉਂਕਿ ਜੇ ਕਹੀ ਜੇ ਹੈ ਤੇ 12-12:15 ਪੂਰਾ ਦਿਨ ਦਾ ਅੱਧਾ ਦਿਨ ਹੋ ਜਾਂਦਾ। ਸੰਦੀਪ ਜੀ, 12:35 ਦਾ ਟਾਈਮ ਸੀਗਾ ਤੇ ਕੁਦਰਤੀ ਹੋਈ ਕਿਉਂਕਿ ਰਸ਼ ਬਹੁਤ ਹੁੰਦਾ ਕੋਰਟ ਦੇ ਵਿੱਚ ਇਸ ਟਾਈਮ ਦੇ ਵਿੱਚ, ਬਹੁਤ ਲਿਟੀਗੈਂਟਸ ਹੁੰਦੇ ਨੇ, ਐਡਵੋਕੇਟਸ ਆਪਣਾ ਕੰਮ ਕਰ ਰਹੇ ਹੁੰਦੇ ਨੇ, ਜਿਹੜੇ ਵੀ ਰਸਤੇ ਦੇ ਵਿੱਚ ਫੋਟੋ ਸਟੇਟ ਦੀਆਂ ਮਸ਼ੀਨਾਂ ਲਗਾ ਕੇ ਬੈਠੇ ਨੇ, ਕੁਝ ਕੰਮ ਕਰ ਰਹੇ ਨੇ ਆਪਣਾ, ਉਹ ਬਹੁਤ ਹੁੰਦੇ ਨੇ। ਸਭ ਤੋਂ ਵੱਡੀ ਗੱਲ, ਹਰ ਦੂਸਰਾ ਬੰਦਾ ਪੁਲਿਸ ਮੁਲਾਜ਼ਮ ਹੁੰਦਾ ਵਾ, ਹਰ ਵੱਡੇ ਆਫਿਸ ਤੋਂ, ਹਰ ਡਿਸਟ੍ਰਿਕਟ ਦੇ ਵੱਡੇ ਆਫਿਸ ਤੋਂ, ਸਟੇਟ ਦੇ ਆਫਿਸ ਤੋਂ ਬੰਦੇ ਆਏ ਹੁੰਦੇ ਨੇ, ਆਫੀਸਰਸ ਆਏ ਹੁੰਦੇ ਨੇ ਗਵਾਹੀਆਂ ਲਈ, ਬਹੁਤ ਰਸ਼ ਹੁੰਦਾ। ਪਰ ਭਗਵਾਨ ਨੇ ਕਿਰਪਾ ਰੱਖੀ ਹੈ ਕਿ ਅੱਜ ਪਾਰਟਿਕੂਲਰ ਅੱਜ ਦੇ ਦਿਨ ਲਈ ਸਾਡੇ ਲੁਧਿਆਣੇ ਦੇ ਵਿੱਚ ਸਟ੍ਰਾਈਕ ਕਾਲ ਕੀਤੀ ਹੋਈ ਸੀਗੀ। ਉਹ ਸਟ੍ਰਾਈਕ ਹੋਣ ਕਰਕੇ ਸਾਡੇ ਰਸ਼ ਬਹੁਤ ਲਿਮਿਟਿਡ ਰਸ਼ ਸੀਗਾ, ਬਹੁਤ ਘੱਟ ਬੰਦੇ ਸੀਗੇ। ਜਿਹੜੇ ਬੰਦੇ ਆ ਵੀ ਰਹੇ ਸੀ ਉਹਨਾਂ ਦੀਆਂ ਮੈਕਸਿਮਮ ਡੇਟਸ ਸਵੇਰੇ ਪੈ ਚੁੱਕੀਆਂ ਸੀਗੀਆਂ। ਐਡਵੋਕੇਟਸ ਵੀ ਸਟ੍ਰਾਈਕ ਹੋਣ ਕਰਕੇ ਡੇਟਸ ਲੈ ਰਹੇ ਸੀਗੇ, ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਮੈਂ ਵੀ ਗਿਆ ਤੇ ਡੇਟ ਲੈ ਆਇਆ ਵਾਂ। ਤੇ ਮਤਲਬ ਕਿ ਅੱਜ ਕੁਦਰਤੀ ਹੋਏ ਰਸ਼ ਬਹੁਤ ਘੱਟ ਸੀਗਾ, ਨਹੀਂ ਤਾਂ ਇਹ ਕੈਜੂਅਲਟੀ ਜਿਹੜੀ ਤੁਸੀਂ ਹੁਣ 10-15 ਆਪਾਂ ਨੂੰ ਪਤਾ ਲੱਗ ਰਹੀ ਆ ਆਫੀਸ਼ੀਅਲੀ, ਇਹ ਸੂਆਂ 'ਚ ਆ ਜਾਣੀ ਸੀਗੀ। ਅੱਛਾ ਜੀ। ਕਿਉਂਕਿ ਜਿਸ ਹਿਸਾਬ ਨਾਲ ਉਹ ਕੰਧਾਂ ਉੜੀਆਂ ਨੇ, ਉਹ ਬਾਥਰੂਮ ਦਾ ਬਿਲਕੁਲ ਮਤਲਬ ਕਿ ਪਲੇਨ ਹੀ ਹੋ ਗਿਆ, ਕੁਛ ਅੰਦਰ ਤੁਹਾਨੂੰ ਉਹ ਬਾਥਰੂਮ ਹੀ ਨਹੀਂ ਲੱਗੇਗਾ। ਹੁਣ ਜਿਹੜਾ ਬਾਥਰੂਮ ਸੀ ਅੰਦਰ ਛੋਟੇ-ਛੋਟੇ ਰੂਮਸ ਬਣੇ ਹੋਏ ਸੀ, ਉਹ ਸਾਰਾ ਅੱਗੇ ਪਿੱਛੇ 9-9 ਇੰਚ ਦੀਆਂ ਦੀਵਾਰਾਂ, 1-1 ਫੁੱਟ ਦੀ ਦੀਵਾਰ, ਉਹ ਸਾਰਾ ਕੁਝ ਹੀ ਉੜ ਕੇ ਪਲੇਨ ਹੋ ਗਿਆ ਉੱਥੇ। ਮਤਲਬ ਇਹ ਜੈਂਟਸ ਬਾਥਰੂਮ ਸੀ, ਲੇਡੀਜ਼ ਬਾਥਰੂਮ ਸੀ, ਜਾਂ ਇੱਕ ਕਿਹਾ ਜਾ ਰਿਹਾ ਕਿ ਉਹਦੇ ਨਾਲ ਕੁਝ ਸਟੋਰ ਰੂਮ ਵਰਗਾ ਵੀ ਕੁਝ ਸੀਗਾ, ਸੋ ਕੀ ਸੀਗਾ ਐਗਜ਼ੈਕਟ? ਇਹ ਜੀ ਬੇਸਿਕਲੀ ਜਿਹੜਾ ਹੁਣ ਵੀਡੀਓਜ਼ ਤੇ ਫੋਟੋਸ ਆ ਰਹੀਆਂ ਨੇ, ਕਿਉਂਕਿ ਉੱਥੇ ਮੌਕੇ ਤੇ ਤਾਂ ਸਾਨੂੰ ਵਾਪਸ ਨਹੀਂ ਜਾਣ ਦਿੱਤਾ, ਤੇ ਉਹ ਜਿਹੜੀਆਂ ਉਹ ਜੈਂਟਸ ਬਾਥਰੂਮ ਹੈ, ਬਿਲਕੁਲ ਕੋਰਟ ਰੂਮ ਦਾ ਜਿਹੜਾ ਦਰਵਾਜ਼ਾ ਹੈ 14 ਨੰਬਰ, ਉਹਦੇ ਸਾਹਮਣੇ ਵਾਲਾ ਬਿਲਕੁਲ ਦਰਵਾਜ਼ਾ ਜਿਹੜਾ ਜੈਂਟਸ ਬਾਥਰੂਮ ਹੈ, ਇਹ ਉਹਦੇ ਬਾਹਰ ਬਲਾਸਟ ਹੋਇਆ ਜੀ। ਤੇ ਇਹ ਗੱਲਬਾਤ ਕਰੀਏ ਸਰ, ਮੈਂ ਇਹ ਪੁੱਛਣਾ ਚਾਹਾਂਗਾ ਕਿ ਨਾਰਮਲ ਜਿਵੇਂ ਉੱਥੇ ਜੁਡੀਸ਼ਰੀ ਬੈਠਦੀ ਹੈ, ਜੁਡੀਸ਼ਰੀ ਨੂੰ ਵੀ ਬਹੁਤ ਜ਼ਿਆਦਾ ਸਿਕਿਉਰਿਟੀ ਮਿਲੀ ਹੁੰਦੀ ਹੈ ਔਰ ਦੋਨੋਂ ਪਾਸੇ ਡਿਟੈਕਟਿਵ ਵਗੈਰਾ ਲੱਗੇ ਹੁੰਦੇ ਆ, ਕੋਰਟ ਪ੍ਰੈਮਿਸਿਸ ਹੈਗਾ, ਸੋ ਇੰਨੀ ਹਾਈ ਸਿਕਿਉਰਿਟੀ ਦੇ ਵਿੱਚ ਇੱਦਾਂ ਦਾ ਬਲਾਸਟ ਕਿੱਦਾਂ ਹੋ ਸਕਦਾ ਸਰ? ਸਰ ਤੁਸੀਂ ਪਹਿਲੇ ਤਾਂ ਦੇਖੋ ਕਿ ਜਿਹੜਾ ਬਲਾਸਟ ਹੋਣ ਤੋਂ ਬਾਅਦ ਆਫੀਸ਼ੀਅਲਸ ਨੇ ਉੱਥੇ ਅਨਾਉਂਸ ਕੀਤਾ, ਜਿਹੜਾ ਮਤਲਬ ਕਿ ਸਾਨੂੰ ਬਾਹਰ ਕੱਢਣ ਲਈ ਜਾਂ ਐਡਵੋਕੇਟਸ ਨੂੰ ਜਾਂ ਲਿਟੀਗੈਂਟਸ ਨੂੰ ਖਾਲੀ ਕਰਾਉਣ ਲਈ, ਉਹਨਾਂ ਨੇ ਕਿਹਾ RDX ਦਾ ਬਲਾਸਟ ਹੈ। ਬਕਾਇਦਾ ਉੱਥੇ ਕਿਹਾ ਗਿਆ ਵੀ RDX ਦਾ ਬਲਾਸਟ ਹੈ, ਹੋਰ ਵੀ ਇੱਥੇ ਪਲਾਂਟ ਕਿਤੇ ਹੋ ਸਕਦੇ, ਤੁਸੀਂ ਖਾਲੀ ਕਰੋ। ਅਸੀਂ ਤਾਂ ਵੀ ਇਸ ਕਰਕੇ ਵੀ ਅਸੀਂ ਵਾਪਸ ਬਿਲਡਿੰਗ 'ਚ ਨਹੀਂ ਜਾ ਸਕੇ, ਔਰ ਧੂਆਂ ਉੱਥੇ ਬਿਲਡਿੰਗ ਦੇ ਅੰਦਰ ਘੱਟੋ ਘੱਟ 1.5-2 ਘੰਟੇ ਵੀ ਰਿਹਾ, ਔਰ ਉਹ ਸਮੈਲ ਜਿਹੜੀ ਪੋਟਾਸ਼ ਦੀ ਸੀ। ਜਿਹੜੀ ਤੁਸੀਂ ਜੱਜਿਸ ਦੀ ਗੱਲ ਕਰ ਰਹੇ ਹੋ, ਘੱਟੋ ਘੱਟ 50 ਤੋਂ ਲੈ ਕੇ 70 ਜੱਜਿਸ ਉੱਥੇ ਬੈਠਦੇ ਨੇ। ਲੁਧਿਆਣਾ ਨਾਰਥ ਇੰਡੀਆ ਦੀ ਸਭ ਤੋਂ ਵੱਡੀ ਬਾਰ ਹੈ, ਸਭ ਤੋਂ ਵੱਡੀ ਕੋਰਟ ਹੈ। 3 ਤੋਂ 4 ਹਜ਼ਾਰ ਐਡਵੋਕੇਟਸ, 20 ਤੋਂ 25 ਹਜ਼ਾਰ ਲਿਟੀਗੈਂਟਸ, ਔਰ
ਪਤਾ ਨਹੀਂ ਸਰਕਾਰੀ ਮੁਲਾਜ਼ਮ ਕਿੰਨੇ ਹੀ ਜਿਹੜੇ ਡਿਊਟੀਆਂ ਤੇ ਆਉਂਦੇ ਨੇ, ਪੁਲਿਸ ਮੁਲਾਜ਼ਮ ਕਿੰਨੇ ਕੁ, ਹਰ ਦੂਸਰਾ ਬੰਦਾ ਮੈਂ ਤੁਹਾਨੂੰ ਦੱਸਿਆ ਪੁਲਿਸ ਮੁਲਾਜ਼ਮ ਹੈ ਉੱਥੇ, ਇੰਨੀ ਕੁ ਉੱਥੇ ਸਟਰੈਂਥ ਹੁੰਦੀ ਹੈ ਕੋਰਟ ਦੇ ਵਿੱਚ। ਔਰ ਤੁਸੀਂ ਕਹੋਗੇ ਸਿਕਿਉਰਿਟੀ ਬਿਲਕੁਲ ਜ਼ੀਰੋ ਹੈ। ਕਈ ਸਾਲਾਂ ਤੋਂ ਅਸੀਂ ਐਡਵੋਕੇਟਸ, ਸਾਡੀਆਂ ਐਸੋਸੀਏਸ਼ਨਸ ਰਿਕੁਐਸਟ ਕਰਦੀਆਂ ਰਹੀਆਂ ਪੁਲਿਸ ਪ੍ਰਸ਼ਾਸਨ ਨੂੰ ਕਿ ਇੱਥੇ ਇਸ ਬਿਲਡਿੰਗ ਨੂੰ ਪ੍ਰੋਪਰ ਸਿਕਿਉਰਿਟੀ ਪ੍ਰੋਵਾਈਡ ਕਰਾਈ ਜਾਵੇ, ਕਿਉਂਕਿ ਇਹ ਸਭ ਤੋਂ ਸੌਫਟ ਟਾਰਗੇਟ ਹੈ। ਔਰ ਇਹ ਇਹੋ ਜਿਹੀ ਜਗ੍ਹਾ ਹੈ ਜਿੱਥੇ ਗੁੰਡੇ ਤੋਂ ਲੈ ਕੇ, ਚੋਰ ਤੋਂ ਲੈ ਕੇ ਟੈਰਰਿਸਟ ਤੱਕ ਆਉਂਦੇ ਨੇ। ਔਰ ਮੰਨੇ ਹੋਏ ਟੈਰਰਿਸਟ ਇਸ ਕੋਰਟ ਦੇ ਵਿੱਚ ਆਉਂਦੇ ਨੇ, ਉਹਨਾਂ ਦੀਆਂ ਫੈਮਲੀਜ਼, ਉਹਨਾਂ ਦੇ ਸਮਰਥਕ, ਉਹਨਾਂ ਦੇ ਨਾਲ ਦੇ ਬੰਦੇ ਇਸ ਜਗ੍ਹਾ ਤੇ ਆਉਂਦੇ ਨੇ। ਔਰ ਓਪਨ ਏਰੀਆ ਹੈ, ਕੋਈ ਇੱਥੇ ਰੋਕ ਟੋਕ ਨਹੀਂ ਹੈ। ਅਸੀਂ ਬਹੁਤ ਵਾਰੀ ਕਿਹਾ ਗਿਆ ਕਿ ਇਹਦੀ ਸਿਕਿਉਰਿਟੀ ਪ੍ਰੋਪਰ ਰੱਖੀ ਜਾਵੇ, ਪਰ ਕੋਈ ਸਾਡੇ ਵੱਲ ਧਿਆਨ ਨਹੀਂ ਦਿੱਤਾ ਜਾਂਦਾ। ਮੈਟਲ ਡਿਟੈਕਟਰ 2-3 ਦਰਵਾਜ਼ਿਆਂ ਤੇ ਲਗਾ ਦਿੱਤੇ। ਔਰ ਕੋਰਟ ਦੇ ਤੁਸੀਂ ਸਮਝੋ ਤੇ 20 ਦਰਵਾਜ਼ੇ ਨੇ, 20 ਦਰਵਾਜ਼ਿਆਂ ਚੋਂ ਸਿਰਫ 3 ਦਰਵਾਜ਼ਿਆਂ ਤੇ ਮੈਟਲ ਡਿਟੈਕਟਰ, ਉਹ ਵੀ ਕੋਈ ਚੈੱਕ ਨਹੀਂ ਕਰਦਾ। ਮੈਟਲ ਡਿਟੈਕਟਰ ਆਲਰੇਡੀ ਖਰਾਬ ਨੇ, ਸਿਰਫ ਚੂੰ ਕਰੀ ਜਾਂਦੇ ਨੇ। ਔਰ ਕਦੇ ਪੁਲਿਸ ਵਾਲਿਆਂ ਨੇ ਇੰਨੀ ਨਹੀਂ ਦਿਖਾਈ ਕਿ ਉਹ ਜੋ ਚੂੰ ਕਰਦਾ ਕੋਈ ਬੰਦਾ ਅੰਦਰ ਵੜਦਾ ਤੇ ਉਹਨੂੰ ਚੈੱਕ ਕੀਤਾ ਜਾਵੇ ਕਿਉਂ। ਸਰ ਮੈਂ ਗੱਲਬਾਤ ਕਰਾਂਗਾ, ਪੂਰਾ ਸ਼ਹਿਰ ਸਾਡਾ ਤੀਸਰੀ ਅੱਖ ਦੇ ਨਜ਼ਰ ਦੇ ਵਿੱਚ ਹੈਗਾ ਇਸ ਟਾਈਮ, ਜਿਹੜਾ ਥਰਡ ਕੈਮਰਾ ਲਗਾਇਆ ਹੁੰਦਾ ਹੈ, ਸੋ ਉਹ ਵੀ ਕਾਫੀ ਲੱਗੇ ਹੋਏ ਹੋਣਗੇ। ਸੋ ਆਬਵੀਅਸ ਹੈ, ਸਾਨੂੰ ਪਤਾ ਤਾਂ ਲੱਗ ਹੀ ਜਾਏਗਾ ਕਿ ਕਿੱਦਾਂ ਦਾ ਕਿ ਕਿਹੜੇ ਬੰਦੇ ਨੇ ਸ਼ਰਾਰਤੀ ਕੀਤੀ ਹੈ, ਕਿੱਦਾਂ ਦਾ ਚੀਜ਼ ਕੀਤੀ ਹੈ। ਸਰ ਬਾਕੀ ਇਨਵੈਸਟੀਗੇਸ਼ਨ ਹੁਣ ਪੁਲਿਸ ਕਰ ਰਹੀ ਹੈ। ਜੋ ਵੀ ਕੋਈ ਸੀਸੀਟੀਵੀਜ਼ ਕੈਮਰੇ ਜਿਹੜੇ ਲੱਗੇ ਹੈ ਸਾਡੀ ਕੋਰਟ 'ਚ ਬਾਹਰ ਜਿਹੜੀ ਲੱਗੇ ਹੈ ਫਲੋਰ ਤੇ, ਉਹ ਦੇਖ ਕੇ ਹੁਣ ਪਤਾ ਲੱਗੂਗਾ ਅੱਗੇ ਵੀ ਕੀ ਸਾਡੀ ਕੌਣ ਹੈ। ਫਲੋਰ ਦੇ ਉੱਤੇ ਕੋਈ ਸੀਸੀਟੀਵੀ ਕੈਮਰਾ ਨਹੀਂ ਹੈ। ਮੈਂ ਦਿਨੇਸ਼ ਜੀ ਨੂੰ ਕਰੈਕਟ ਕਰ ਦਵਾਂ ਕਿ ਕਿਸੇ ਵੀ ਫਲੋਰ ਤੇ ਕੋਈ ਸੀਸੀਟੀਵੀ ਕੈਮਰਾ ਨਹੀਂ ਹੈ। ਪਾਰਕਿੰਗ ਦੇ ਵਿੱਚ ਬਾਹਰ ਨੇ ਆਪਣੇ ਵੱਲੋਂ ਕੁਝ ਕੈਮਰਾਸ ਲਗਵਾਏ ਸੀਗੇ ਪਾਰਕਿੰਗ ਏਰੀਆ ਦੇ ਵਿੱਚ, ਉਹ ਵੀ ਹਰ ਤੀਸਰੇ ਦਿਨ, ਕਿਉਂਕਿ ਸਾਡੇ ਇੱਥੇ ਹਰ ਰੋਜ਼ ਚੋਰੀ ਹੁੰਦਾ, ਗੱਡੀ ਜਾਂ ਮੋਟਰਸਾਈਕਲ ਜਾਂ ਸਕੂਟਰ ਹਰ ਵੇਲੇ ਚੋਰੀ ਰਹਿੰਦਾ ਵਾ, ਡੇਲੀ ਕੋਈ ਨਾ ਕੋਈ ਘਟਨਾ ਹੁੰਦੀ ਹੈ। ਤੇ ਜਿਹੜੇ ਚੋਰ ਨੇ ਉਹ ਇੰਨੇ ਸ਼ਾਤਰ ਨੇ, ਉਹ ਰਾਤੀ ਸ਼ਾਮੀ ਸਵੇਰੇ ਕਿਸੇ ਨਾ ਕਿਸੇ ਟਾਈਮ ਤੇ ਕੱਢ ਕੇ ਆਪਣਾ ਟਾਈਮ ਉਹ ਤਾਰਾਂ ਉਸ ਕੈਮਰੇ ਦੀਆਂ ਕੱਟ ਦਿੰਦੇ ਨੇ। ਅੱਜ ਵੀ ਤੁਸੀਂ ਜਾਓਗੇ, ਜਿਹੜੇ 7-8 ਕੈਮਰੇ ਲੱਗੇ ਹੋਣਗੇ ਉਹਨਾਂ ਦੀਆਂ ਤਾਰਾਂ ਕੱਟੀਆਂ ਹੋਣਗੀਆਂ। ਜਦੋਂ ਤੁਸੀਂ ਉਹਦੀਆਂ ਰਿਕਾਰਡਿੰਗਸ ਮੰਗੋਗੇ ਤਾਂ ਸਾਡੀ ਬਾਰ ਕੋਲੋਂ ਰਿਕਾਰਡਿੰਗ ਅਵੇਲੇਬਲ ਨਹੀਂ ਹੋਏਗੀ, ਬੰਦਾ ਅਵੇਲੇਬਲ ਨਹੀਂ ਹੋਏਗਾ, ਕਦੇ DVR ਖਰਾਬ, ਕਦੇ ਕੈਮਰਾ ਖਰਾਬ, ਉਹਦੀਆਂ ਚੋਰੀ ਤੱਕ ਦੀਆਂ ਰਿਕਾਰਡਿੰਗਸ ਨਹੀਂ ਮਿਲਦੀਆਂ। ਕੋਈ ਪ੍ਰਸ਼ਾਸਨ ਵੱਲੋਂ ਉੱਥੇ ਕੈਮਰਾ ਇੰਸਟਾਲ ਨਹੀਂ ਕੀਤਾ ਗਿਆ। ਤੁਸੀਂ ਹੱਦ ਮੰਨੋਗੇ, ਜਿਹੜੀਆਂ ਅਸੀਂ ਆਪਣੇ ਪੈਸਿਆਂ ਦੇ ਨਾਲ ਪੈਸੇ ਇਕੱਠੇ ਕਰਕੇ ਬਿਲਡਿੰਗ ਦੇ ਵਿੱਚ, ਨਵੀਂ ਬਿਲਡਿੰਗ ਦੇ ਵਿੱਚ ਹਰ ਫਲੋਰ ਤੇ 2-2 ਕੈਮਰੇ ਲਗਵਾਏ ਸੀਗੇ, ਉਹ ਕੈਮਰੇ ਤੱਕ ਪੱਟੇ ਹੋਏ ਨੇ ਸਾਡੇ 8ਵੀਂ ਮੰਜ਼ਲ, 7ਵੀਂ ਮੰਜ਼ਲ, 6ਵੀਂ ਮੰਜ਼ਲ ਤੋਂ। ਉਹ ਦੋਨੋਂ ਕੈਮਰੇ, 2-2 ਕੈਮਰੇ ਸਾਰੇ ਪੱਟ ਕੇ ਲੈ ਗਏ, ਤਾਰਾਂ ਪੱਟ ਕੇ ਲੈ ਗਏ। ਕੌਣ ਲੈ ਗਿਆ ਅੱਜ ਤੱਕ ਕਿਸੇ ਨੇ ਉਹ ਚੈੱਕ ਨਹੀਂ ਕਰਾਇਆ ਬਾਰ ਐਸੋਸੀਏਸ਼ਨ ਵੱਲੋਂ। ਸਰ ਮੈਂ ਗੱਲਬਾਤ ਕਰਾਂ ਤੇ ਇੱਥੇ ਬਿਲਕੁਲ ਕੁਝ ਕਦਮਾਂ ਤੇ ਜਿੱਦਾਂ ਤੁਸੀਂ ਦੇਖਿਆ ਹੈ, ਮਹਿਸੂਸ ਕੀਤਾ ਹੈ ਇਹਨੂੰ ਮੰਜ਼ਰ ਨੂੰ, ਦਰਦਨਾਕ ਜਿਹੜਾ ਇਹ ਮੰਜ਼ਰ ਸੀਗਾ। ਅਸੀਂ ਤਾਂ ਸਿਰਫ ਫੁਟੇਜ ਦੇਖ ਕੇ ਪਾਏ ਉਦੋਂ ਕਿ ਕਿੱਦਾਂ ਲੋਕਾਂ ਨੂੰ ਲੈ ਕੇ ਜਾਇਆ ਜਾ ਰਿਹਾ ਹੈ। ਕੁਛ ਹੀ ਪਲਾਂ ਦੇ ਕਦਮਾਂ ਦੀ ਦੂਰੀ ਤੇ ਪੁਲਿਸ ਕਮਿਸ਼ਨਰ ਆਫਿਸ ਵੀ ਹੈ, ਕੁਛ ਹੀ ਕਦਮਾਂ ਤੇ ਡਿਪਟੀ ਕਮਿਸ਼ਨਰ ਆਫਿਸ ਵੀ ਹੈ, ਔਰ ਖੁਦ ਜੁਡੀਸ਼ਰੀ ਇੰਨੀ ਹਾਈਲੀ ਸਿਕਿਉਰਡ ਹੈਗੀ ਹੈ। ਜਿਵੇਂ ਤੁਸੀਂ ਦੱਸਿਆ ਕਿ ਸ਼ਾਤਰ ਆਤੰਕਵਾਦੀ ਵੀ ਇੱਥੇ ਪੇਸ਼ ਕੀਤੇ ਜਾਂਦੇ, ਸੋ ਜੁਡੀਸ਼ਰੀ ਨੂੰ ਵੀ ਬਹੁਤ ਖਤਰਾ ਰਹਿੰਦਾ। ਇਹ ਸਾਰਿਆਂ ਦੇ ਵਿੱਚ ਇਹੋ ਜਿਹੇ ਦਰਦਨਾਕ ਮੰਜ਼ਰ ਦਾ ਉੱਥੇ ਹਾਦਸਾ ਹੋ ਜਾਣਾ, ਮੈਂ ਇਹ ਕਹਾਂਗਾ ਕਿ ਸ਼ਹਿਰ ਦੀ ਸਭ ਤੋਂ ਸਿਕਿਉਰਡ ਜਗ੍ਹਾ ਜੇ ਅਸੀਂ ਇਹਨੂੰ ਕਹੀਏ ਤੇ ਇਹ ਉਹ ਹੈਗੀ ਹੈ ਜੋ ਅਸੀਂ ਸਮਝਦੇ ਸੀ ਹਜੇ ਤੱਕ ਨਹੀਂ ਹੈ। ਸੰਦੀਪ ਜੀ, ਇਹ ਹੋਣੀ ਚਾਹੀਦੀ ਹੈ ਬਿਲਕੁਲ ਸਿਕਿਉਰਡ ਜਗ੍ਹਾ। ਤੋਂ ਤੁਸੀਂ, ਮੈਂ ਇਹੀ ਤੇ ਤੁਹਾਨੂੰ ਸਮਝਾ ਰਿਹਾ ਕਿ ਇਹ ਸ਼ਹਿਰ ਦੀ ਸਭ ਤੋਂ ਸਿਕਿਉਰਡ ਜਗ੍ਹਾ ਹੋਣੀ ਚਾਹੀਦੀ ਹੈ, ਕਿਉਂਕਿ ਕੋਰਟ ਤੋਂ ਉੱਪਰ ਕੁਝ ਨਹੀਂ ਹੈ। ਜਿੰਨੇ ਜੱਜਿਸ ਨੇ ਉਹਨਾਂ ਦੀ ਜਾਨ ਨੂੰ ਹਰ ਵੇਲੇ ਖਤਰਾ ਹੈ। 50 ਤੋਂ 70 ਜੱਜ ਬੈਠਦੇ ਨੇ, ਕੋਈ ਵੀ ਉਹਨਾਂ ਦੀ ਕੋਰਟ 'ਚ ਕੁਝ ਵੀ ਲੈ ਕੇ ਵੜ ਜਾਵੇ। ਤੁਸੀਂ ਇਹ ਦੇਖਿਆ ਉਹਨਾਂ ਦੇ ਦਰਵਾਜ਼ੇ ਤੇ 10 ਫੁੱਟ ਬਾਹਰ ਬੰਬ ਫਟ ਗਿਆ। ਜੇ ਇਹੀ ਉਹ ਬੰਦਾ ਜੱਜ ਸਾਹਿਬ ਦੇ ਅੰਦਰ ਜਾ ਵੜਦਾ, ਜੇ ਕੋਈ ਬੰਦਾ ਸੀਗਾ ਜਾਂ ਅੰਦਰ ਕੁਝ ਰੱਖਿਆ ਹੁੰਦਾ, 10 ਫੁੱਟ ਇੱਧਰ ਦੀ ਜਗ੍ਹਾ ਇੱਧਰ ਰੱਖ ਦਿੰਦਾ, ਤੇ ਉਹ ਜੱਜ ਸਾਹਿਬ ਦਾ ਕੀ ਹਾਲ ਹੋਣਾ ਸੀਗਾ। ਸਰ ਇਹ ਵੀ ਪਤਾ ਲੱਗਿਆ, ਤੁਸੀਂ ਜੱਜ ਸਾਹਿਬ ਦੀ ਗੱਲ ਕੀਤੀ, ਇਹ ਵੀ ਕਿਹਾ ਜਾ ਰਿਹਾ ਕਿ ਕੋਈ ਸ਼ਾਇਦ ਜੱਜ ਜਾਂ ਕੋਈ ਵਕੀਲ ਭਰਾ ਵੀ ਸਾਡੇ ਜਿਹੜੇ ਹੈਗੇ ਆ ਉਹ ਵੀ ਜ਼ਖਮੀ ਹੋਏ ਆ ਇਸ ਬੰਬ ਬਲਾਸਟ। ਸਾਡੇ ਹਾਲੇ ਜਿਹੜੀ ਰਿਪੋਰਟ ਆ ਰਹੀ ਹੈ, ਉਹ ਸਾਡੇ 2 ਵਕੀਲ ਸਾਹਿਬ ਹੈਗੇ ਨੇ, ਇੱਕ ਕੁਲਦੀਪ ਸਿੰਘ ਮੰਡ ਹੈਗੇ ਨੇ, ਉਹਨਾਂ ਦੇ ਇੰਜਰੀ ਆਈ ਹੈ, ਇੱਕ ਵਰੁਣ ਹੈਗੇ ਨੇ, ਉਹਨਾਂ ਦੇ ਇੰਜਰੀਜ਼ ਆਈਆਂ ਨੇ। ਬਾਕੀ ਹਾਲੇ ਦੇਖ ਰਹੇ ਨੇ, ਕਿਉਂਕਿ ਸਾਨੂੰ ਉੱਥੋਂ ਅੰਦਰ ਐਂਟਰ ਨਹੀਂ ਕਰਨ ਦਿੱਤਾ ਗਿਆ। ਜਿਹੜੇ ਹਸਪੀਟਲ ਪਹੁੰਚਾਇਆ ਵਾ ਉਹ ਵਿਦਿਨ ਆਰਸ ਲਿਸਟ ਆ ਜਾਏਗੀ ਸਾਡੀ DBA ਵੱਲੋਂ ਵੀ ਕੌਣ ਇੰਜਰਡ ਹੈ, ਕਿਹਨਾਂ ਨੂੰ ਨੁਕਸਾਨ ਹੋਇਆ। ਔਪਚਾਰਿਕ ਤੌਰ ਤੇ ਉਹਨਾਂ ਨੇ ਕਿਹਾ, ਉਹਦੇ ਵਿੱਚ ਜੀ ਇਦਾਂ ਕਿਹਾ ਜਾ ਰਿਹਾ ਕਿ 2 ਇੰਜਰਡ ਜਿਹੜੇ ਹੈਗੇ DMC 'ਚ ਹੈ, 1 CMC 'ਚ ਹੈ, 2 ਸਿਵਲ 'ਚ ਹੈਗੇ ਆ। ਸੋ ਟੋਟਲ ਮਿਲਾ ਕੇ 5 ਬੰਦੇ ਇੰਜਰਡ ਦੱਸੇ ਜਾ ਰਹੇ, ਔਰ 2 ਦੀ ਜਿਹੜੀ ਹੈਗੀ ਹੈ ਉਹ ਕਹੀ ਜਾ ਰਹੀ ਹੈ ਕਿ ਸ਼ਾਇਦ ਡੈਥ ਹੋ ਚੁੱਕੀ ਹੈ। ਐਡਵੋਕੇਟ ਉਹ 'ਚੋਂ 2 ਦੱਸੇ ਜਾ ਰਹੇ ਨੇ, ਕੁਲਦੀਪ ਸਿੰਘ ਮੰਡ ਤੇ ਵਰੁਣ ਜੀ, ਉਹਨਾਂ ਦੇ ਬਾਰੇ ਦੱਸਿਆ ਜਾ ਰਿਹਾ 2 ਐਡਵੋਕੇਟਸ। ਬਾਕੀ ਹੋਰ ਜਿਵੇਂ ਲਿਸਟ ਆਏਗੀ ਜ਼ਰੂਰ ਉੱਥੇ। ਸਰ ਮੈਂ ਇਹ ਪੁੱਛਣਾ ਚਾਹਾਂਗਾ ਕਿ ਇਸ ਜਿਹੜਾ
ਭਿਆਨਕ ਮੰਜ਼ਰ ਨੇ ਇੱਕ ਯਾਦ ਕਰਾ ਦਿੱਤੀ ਹੈ। ਜਿਹੜਾ ਸ਼ਿੰਗਾਰ ਸਿਨੇਮਾ ਦਾ 2007 ਦੇ ਵਿੱਚ ਹੋਇਆ ਸੀ, 14 ਅਕਤੂਬਰ 2007 ਨੂੰ ਸ਼ਾਇਦ ਉਹ ਹੋਇਆ ਸੀਗਾ। ਕੀ ਇਸ ਤੋਂ ਪਹਿਲਾਂ ਕੋਰਟ ਪ੍ਰੈਮਿਸਿਸ 'ਚ ਵੀ ਕਦੀ ਬੰਬ ਬਲਾਸਟ ਵਗੈਰਾ ਹੋਇਆ, ਤੁਹਾਨੂੰ ਯਾਦ ਹੈ ਕਦੀ ਕੁਝ? ਬੰਬ ਬਲਾਸਟ ਤਾਂ ਐਸ ਸੱਚ ਨਹੀਂ ਕੋਈ ਮੇਰੇ ਧਿਆਨ 'ਚ ਹੈਗਾ। ਮੈਂ 2002 ਤੋਂ ਪ੍ਰੈਕਟਿਸ 'ਚ 2003 ਤੋਂ ਕੋਰਟ 'ਚ ਹੈਗਾ ਵਾਂ। ਪਰ ਹਾਂ ਜ਼ਰੂਰ ਜਿਹੜਾ ਨਰਵਾਨਾ ਸੀਗੇ, ਜਿਹੜਾ ਗੈਂਗਸਟਰ ਆਪਣਾ ਬਠਿੰਡੇ ਜਿਨ੍ਹਾਂ ਦਾ ਮਰਡਰ ਹੋਇਆ ਹੁਣ, ਉਹ ਬੰਦੇ ਨੇ ਜ਼ਰੂਰ ਇੱਥੇ ਮਰਡਰ ਕੀਤਾ ਸੀ। ਉਦੋਂ ਵੀ ਸੈਕੰਡ ਫਲੋਰ ਤੇ ਅਸੀਂ ਖੜੇ ਸੀਗੇ 205 ਨੰਬਰ ਕੈਬਿਨ ਦੇ ਵਿੱਚ। ਮੇਰੇ ਸੀਨੀਅਰ ਇਹੀ ਫਲੋਰ ਸੀ, ਪੁਰਾਣੀ ਮੰਜ਼ਲ ਦੇ ਵਿੱਚ 205 ਨੰਬਰ ਕੈਬਿਨ ਸੀਗਾ। ਅਸੀਂ ਉੱਥੇ ਖੜੇ ਸੀਗੇ ਜਦੋਂ ਸਾਡੇ ਕੈਬਿਨ ਦੇ ਬਾਹਰੋਂ ਬੰਦੇ ਭੱਜ ਕੇ ਗਏ ਨੇ ਤਲਵਾਰਾਂ ਲੈ ਕੇ। ਅਸੀਂ ਜਦ ਤੱਕ ਦੇਖਣ ਗਏ ਕਿਉਂਕਿ ਅਸੀਂ ਉਦੋਂ ਨਵੇਂ ਸੀਗੇ, ਜਦੋਂ ਤੱਕ ਪਿੱਛੇ ਦੇਖਣ ਗਏ ਉਹ ਬੰਦੇ ਨੂੰ ਤਲਵਾਰਾਂ ਨਾਲ ਮਾਰ ਕੇ ਕੁਝ ਬੰਦੇ ਪੌੜੀਆਂ ਤੋਂ ਭੱਜ ਗਏ, ਕੁਝ ਕਿੱਧਰੋਂ ਭੱਜ ਗਏ। ਉਸ ਤੋਂ ਬਾਅਦ ਕੁਝ ਸਾਲ ਬਾਅਦ ਸਾਡੇ ਇੱਕ ਐਡਵੋਕੇਟ ਨੇ ਤੇ ਦੋ ਐਡਵੋਕੇਟਸ ਨੇ ਬੰਦਾ ਫੜਿਆ ਸੀਗਾ, ਉਹਨੇ ਚਾਕੂਆਂ ਦੇ ਨਾਲ ਅਟੈਕ ਕਰਤਾ ਸੀ ਨੀਚੇ ਬਾਰ ਆਫਿਸ ਦੇ ਬਾਹਰ, ਲਾਇਬ੍ਰੇਰੀ ਦੇ ਬਾਹਰ ਐਡਵੋਕੇਟਸ ਦੇ ਉੱਤੇ। ਉਹਨੂੰ ਕਾਬੂ ਕੀਤਾ ਸੀਗਾ। ਉਦੋਂ ਇਹ ਹੋਇਆ ਸੀ ਇੰਸੀਡੈਂਟ। ਉਸ ਤੋਂ ਬਾਅਦ ਕਈ ਵਾਰ ਇਦਾਂ ਦੀਆਂ ਇੰਸੀਡੈਂਟ ਹੋਏ ਨੇ ਜਿਹਦੇ 'ਚ ਅਟੈਕ ਹੋਏ ਨੇ, ਵੱਡੇ ਗੈਂਗਸਟਰ ਆਉਂਦੇ ਨੇ ਇੱਥੇ, ਟੈਰਰਿਸਟ ਆਉਂਦੇ ਨੇ, ਪਰ ਫਿਰ ਵੀ ਇਸ ਪ੍ਰੀਮਿਸਿਸ ਨੂੰ ਸਿਕਿਉਰ ਨਹੀਂ ਕੀਤਾ ਗਿਆ ਜਿੰਨੀ ਦੀ ਸਿਕਿਉਰਿਟੀ ਚਾਹੀਦੀ ਹੈ। ਹੁਣ ਇੱਥੇ ਤੱਕ ਕਿ ਅਸੀਂ ਵੀ ਹੁਣ ਫੀਲ ਕਰ ਰਹੇ ਹਾਂ, ਸਾਡੇ ਘਰ ਦੇ ਮਨਾ ਕਰ ਰਹੇ ਨੇ ਕਿ ਤੁਸੀਂ ਜਿੱਥੇ ਬੈਠੇ ਹੋ ਵੀ ਇੱਧਰ ਉੱਧਰ ਦੇਖ ਕੇ ਬੈਠੋ, ਪਰ ਇੰਨੀ ਵੱਡੀ ਕੋਰਟ ਕੰਪਲੈਕਸ ਹੈ, ਕਿੱਥੇ ਤੱਕ ਦੇਖੀਏ, ਕਿੱਥੇ ਤੱਕ ਜਾਈਏ ਦੇਖ ਕੇ ਵੀ ਕਿੱਥੇ ਕੀ ਪਿਆ ਹੋ ਸਕਦਾ, ਕਿਉਂਕਿ ਇਹ ਹਰ ਚੀਜ਼ ਸਾਡੇ ਹੱਥ 'ਚ ਨਹੀਂ ਹੈ ਐਡਵੋਕੇਟਸ ਦੇ। ਠੀਕ ਹੈ ਸਰ, ਠੀਕ ਹੈ ਜੀ, ਥੈਂਕ ਯੂ ਸਰ, ਥੈਂਕ ਯੂ ਸਰ, ਥੈਂਕ ਯੂ। ਸੋ ਦੋਸਤੋ, ਇਹ ਸੀਗੇ ਉਹ ਸਾਡੇ ਐਡਵੋਕੇਟ ਭਰਾ ਜਿਨ੍ਹਾਂ ਨੇ ਇਹ ਮੰਜ਼ਰ ਜਿਹੜਾ ਹੈਗਾ ਦੁਖਦ ਮੰਜ਼ਰ ਜਿਹੜਾ ਹੋਇਆ ਅੱਜ ਕੋਰਟ ਪ੍ਰੈਮਿਸਿਸ ਦੇ ਵਿੱਚ ਲੁਧਿਆਣਾ ਦੇ ਵਿੱਚ ਸੈਕੰਡ ਫਲੋਰ ਤੇ ਬਾਥਰੂਮ ਦੇ ਵਿੱਚ ਜਿਹੜਾ ਇੱਕ ਬਲਾਸਟ ਹੋਇਆ, ਉਹਨਾਂ ਨੂੰ ਖੁਦ ਕੁਝ ਪਲਾਂ ਤੋਂ ਮਹਿਸੂਸ ਕੀਤਾ। ਇਹਨਾਂ ਨੇ ਦੱਸਿਆ ਕਿ ਧਮਾਕਾ ਇੰਨਾ ਜ਼ਬਰਦਸਤ ਸੀਗਾ ਕਿ 2-4 ਮਿੰਟ ਤਾਂ ਇਹਨਾਂ ਨੂੰ ਸੁੰਨ 'ਚੋਂ ਬਾਹਰ ਆਉਣ 'ਚ ਹੀ ਲੱਗ ਗਿਆ। ਔਰ ਕੁਰਮੀ ਜੀ ਨੇ ਇਹ ਵੀ ਦੱਸਿਆ ਕਿ ਬਹੁਤ ਤਾਂ ਪਹਿਲਾਂ ਇਹੀ ਨਹੀਂ ਸਮਝ ਲੱਗ ਰਿਹਾ ਸੀ ਕਿ ਹੋਇਆ ਕੀ ਹੈ, ਕਿੱਦਾਂ ਦਾ ਹੋਇਆ, ਔਰ ਬਹੁਤ ਸਾਰੇ ਲੋਕ ਹਫੜਾ ਦਫੜੀ ਦਾ ਮਾਹੌਲ ਹੋ ਗਿਆ ਸੀ, ਲੋਕ ਭੱਜ ਰਹੇ ਸੀ। ਸੋ ਖੜੇ ਹੋ ਕੇ ਇਹ ਉਹ ਦੋਸਤ ਹੈਗੇ ਆ ਜਿਨ੍ਹਾਂ ਨੇ ਖੜੇ ਹੋ ਕੇ ਲੋਕਾਂ ਨੂੰ ਜਿਹੜੇ, ਕਿਉਂਕਿ ਅੱਜ ਇਹ ਵੀ ਇੱਕ ਅੱਛੀ ਗੱਲ ਹੈ ਕਿ ਸ਼ਾਇਦ ਸਟ੍ਰਾਈਕ ਸੀਗੀ ਜਿਹਦੇ ਕਰਕੇ ਉਨੀ ਭੀੜ ਨਹੀਂ ਸੀਗੀ, ਜਦ ਕਿ ਇਸ ਕੋਰਟ ਦੇ ਵਿੱਚ ਜੇ ਇਹਨਾਂ ਦਾ ਕਹਿਣਾ ਹੈਗਾ ਗਲਤ ਨਹੀਂ ਹੈ ਕਿ ਜੇ ਅੱਜ ਕਿਤੇ ਭੀੜ ਹੁੰਦੀ, ਸਟ੍ਰਾਈਕ ਨਾ ਹੁੰਦੀ ਤਾਂ ਇਹ ਕੈਜੂਅਲਟੀ ਜਿਹੜੀ ਹੈ 100-125 ਤੱਕ ਵੀ ਪਹੁੰਚ ਸਕਦੀ ਸੀ। ਸੋ ਸਾਨੂੰ ਉਹ ਜਿਹੜਾ ਇਹ ਸੁਣ ਕੇ ਹੀ ਬੜਾ ਜਿਹਾ ਮਨ ਦੇ ਵਿੱਚ ਇੱਕ ਡਰਾਵਨਾ ਜਿਹਾ ਮਾਹੌਲ ਕ੍ਰੀਏਟ ਹੋ ਰਿਹਾ ਹੈ, ਇੱਕ ਭੈ ਦਾ ਮਾਹੌਲ ਹੈਗਾ। ਸੋ ਅਸੀਂ ਸਮਝ ਸਕਦੇ ਹਾਂ ਕਿ ਇਹਨਾਂ ਨੇ ਉਹ ਕਿੱਦਾਂ ਦਾ ਮਾਹੌਲ ਉਸ ਟਾਈਮ ਜਿਹੜੀ ਹੈਗੀ ਹੈ ਫੀਲਿੰਗ ਕੀਤੀ ਹੋਏਗੀ, ਕਿੱਦਾਂ ਇਹ ਡਰ 'ਚੋਂ ਬਾਹਰ ਆਏ ਹੋਣੇ। ਸੋ ਇੱਦਾਂ ਹੀ ਵੱਖ-ਵੱਖ ਮੁੱਦਿਆਂ 'ਤੇ ਤੁਹਾਡੇ ਨਾਲ ਜ਼ਰੂਰ ਰੂਬਰੂ ਹੋਵਾਂਗੇ। ਦੇਖਦੇ ਰਹੋ, ਬਨੇ ਰਹੋ ਜਨ ਹਿਤੈਸ਼ੀ। ਧੰਨਵਾਦ।